ਸਿਰ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੋ ਨਾ ਹਰ ਹਰ, ਨਾਚੰਤੀ ਨਾਚਨਾ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੋ ਹਰ ਹਰ, ਨਾਚੰਤੀ ਨਾਚਨਾ। ਪਹਿਲ ਪੁਰਸਾ ਬਿਰਾ, ਅਥੋਨ ਪੁਰਸਾ ਦਮਰਾ। ਅਸਗਾ ਅਸ ਉਸਗਾ, ਹਰ ਕਾ ਬਾਗਰਾ। ਨਾਚੇ ਪਿੰਦੀ ਮਹਿ ਸਾਗਰਾ, ਰਹਾਉ। ਨਾਚੰਤੀ ਗੋਪੀ ਜਨਾ, ਨਈਆ ਤੇ ਬੈਰੇ ਕੰਨਾ। ਤੁਰ ਤਰਕ ਨਾਚਾ, ਭ੍ਰਮੀਆਂ ਚਾ। ਕੇਸਵਾ ਬਚੌਨੀਏ, ਆਈਏ ਮਈਏ ਏਕ ਆਨ ਜਿਉ। ਪਿੰਦੀ ਊਬ ਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਤੂੰ ਕੌਣ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਣਾ। ਜਮ ਕਾਰਣਾ, ਤੂੰ ਕੌਣ ਰੇ ਮੈਂ ਜੀ ਨਾਮਾ। ਹੋ ਜੀ ਆਲਾ ਤੇ ਨਿਵਾਰਣਾ, ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਮਹਾਰਾਜ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁरु तेग बहादुर महाराज जियों के पावन पवित्र मुबारक चरण कमलों नाल निवाजी धरती, मुकद्दस अस्थान गुरुद्वारा श्री दुख निवारण साहिब जी विखे भावना अदब अकीदत नाल अमृत वेले दे पावन पवित्र अमृतमयी दीवाना दी हाजरी भर करके सतगुरु महाराज जियों की दसी रहत बहत नो सतगुरु सच्चे पातशाह जियों की कृपा रहमत सदका पूरने पाउंदियां होया गुरु दया मया सहत जन्म सफला रहे हो। आसा दी वार दे कीर्तन हुने संपन्न होए हन। अमृत वेले आए हुए पावन श्री मुखवाक जी का पाठ सरवण कीता है। अत सत्कार योग सतगुरु महाराज जियों की पावन पवित्र बाणी अंदर जेड़े भगत सहबान हन, अज दे शब्द सत्कार योग बाबा नामदेव जी, भगत नामदेव साहिब जी की मुबारक रसना तो उच्चारण कीते हुए हैं।
ਥੋੜੇ ਦਿਨ ਹੀ ਹੋਏ ਹਨ। ਭਗਤ ਨਾਮਦੇਵ ਸਾਹਿਬ ਜੀ ਦਾ ਜਨਮ ਦਿਹਾੜਾ ਸਮੁੱਚੇ ਸਿੱਖ ਜਗਤ ਨੇ ਪਾਵਨੀ ਦੇ ਨਾਲ ਮਨਾਇਆ ਹੈ। ਗੁਰਮੁਖੋ, ਇਹ ਉਹ ਸਤਿਕਾਰਯੋਗ ਭਗਤ ਹਨ ਜਿਨ੍ਹਾਂ ਦੇ ਘਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਚੱਲ ਕਰਕੇ ਗਏ, ਔਰ ਜਿਸ ਵਕਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਪਾਵਨ ਪਵਿੱਤਰ ਬਾਣੀ ਅੰਕਿਤ ਕਰਵਾਈ, ਪਾਵਨ ਪਵਿੱਤਰ ਬਾਣੀ ਬੀੜ ਬੰਨੀ, ਭਾਈ ਗੁਰਦਾਸ ਸਾਹਿਬ ਜੀਆਂ ਨੂੰ ਹਦਾਇਤ ਇਹੋ ਸੀ ਕਿ ਇਹਨਾਂ ਮਹਾਪੁਰਸ਼ਾਂ ਦੇ ਨਾਮ ਦੇ ਨਾਲ ਤੁਸੀਂ ਜੀ ਸ਼ਬਦ ਜ਼ਰੂਰ ਜੋੜਨਾ ਹੈ। ਭਗਤਾਂ ਦੇ ਨਾਮ ਦੇ ਨਾਲ ਭਗਤ ਕਬੀਰ ਸਾਹਿਬ ਜੀ, ਬਾਬਾ ਫਰੀਦ ਸਾਹਿਬ, ਭਗਤ ਨਾਮਦੇਵ ਸਾਹਿਬ, ਭਗਤ ਰਵਿਦਾਸ ਸਾਹਿਬ, ਮਹਾਂਪੁਰਸ਼ਾਂ ਦੇ ਨਾਮ ਦੇ ਨਾਲ ਪਾਵਨ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਜੀਆਂ ਨੇ ਜੀਓ ਸ਼ਬਦ ਜੋੜਿਆ ਹੈ। ਮਹਾਰਾਜ ਜੀਆਂ ਨੇ ਇਹ ਨਹੀਂ ਤੱਕਿਆ ਭਾਈ ਕਿ ਇਹਨਾਂ ਦਾ ਕਿਹੜੇ ਦੇਸ਼ ਤੋਂ ਹਨ, ਕਿਹੜੀ ਬੋਲੀ ਹੈ, ਕਿਹੜਾ ਪਹਿਰਾਵਾ ਹੈ। ਮਹਾਰਾਜ ਇਹ ਨਹੀਂ ਵੇਖਦੇ। ਪਾਤਸ਼ਾਹ ਜੀ ਤਾਂ ਵੇਖਦੇ ਹਨ ਕਿ ਭਾਈ ਇਹਦਾ ਅੰਦਰ ਪ੍ਰੇਮ ਕਿਤਨਾ ਮਾਲਕ ਤੱਕ ਹੈ। ਸੋ ਉਹ ਮਹਾਪੁਰਸ਼ ਭਗਤ ਨਾਮਦੇਵ ਸਾਹਿਬ ਜੀ ਅੱਜ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕੀਤੇ ਹਨ। 61 ਸ਼ਬਦ ਭਗਤ ਨਾਮਦੇਵ ਸਾਹਿਬ ਜੀ ਦੇ ਬਾਣੀ ਵਿੱਚ ਹਨ ਗੁਰਮੁਖੋ, ਔਰ ਭਗਤ ਤ੍ਰਿਲੋਚਨ ਸਾਹਿਬ ਦੇ ਸਮਕਾਲੀ ਹਨ, ਮਿਲਦੇ ਰਹੇ ਹਨ ਭਗਤ ਤ੍ਰਿਲੋਚਨ ਜੀ ਨੂੰ। ਇਹਦੀ ਇੱਕ ਗਵਾਹੀ ਪਾਵਨ ਪਵਿੱਤਰ ਬਚਨ ਹਨ ਬਾਣੀ ਅੰਦਰ। ਨਾਮਾ ਕਹੈ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ, ਨਾਮਾ ਮਾਇਆ ਮੋਹਿਆ ਕਹੈ ਤ੍ਰਿਲੋਚਨ ਮੀਤ। ਭਗਤ ਤ੍ਰਿਲੋਚਨ ਸਾਹਿਬ ਜੀਆਂ ਨੇ ਬਾਬਾ ਨਾਮਦੇਵ ਜੀਆਂ ਨੂੰ ਕਈ ਦਿਨਾਂ ਬਾਅਦ ਮਿਲੇ। ਮਿਲ ਕੇ ਕਹਿਣ ਲੱਗੇ, ਕੀ ਗੱਲ ਨਾਮਦੇਵ ਜੀ, ਹੁਣ ਤੁਸੀਂ ਪ੍ਰਭੂ ਭਗਤੀ ਵਿੱਚ ਨਹੀਂ ਜੁੜਦੇ, ਤੁਸੀਂ ਘਰ ਦੇ ਕੰਮਕਾਰ ਕਰਦੇ ਰਹਿੰਦੇ ਹੋ, ਤੁਸੀਂ ਆਪਣੇ ਘਰੇਲੂ ਕੰਮਾਂ ਵਿੱਚ ਰੁੱਝੇ ਰਹਿੰਦੇ ਹੋ, ਕੀ ਗੱਲ? ਨਾਮਾ ਮਾਇਆ ਮੋਹਿਆ ਕਹੈ ਤ੍ਰਿਲੋਚਨ ਮੀਤ ਜਾਪਦਾ ਹੈ ਭਗਤ ਨਾਮਦੇਵ ਜੀ ਮਾਇਆ ਨੇ ਤੁਹਾਨੂੰ ਮੋਹ ਲਿਆ ਹੈ। ਕਾਹੇ ਛੀਪੋ ਛਾਇ ਲੈ ਰਾਮ ਨਾ ਲਾਵੋ ਚੀਤ, ਕਿਉਂ ਨਹੀਂ ਤੁਸੀਂ ਆਉਂਦੇ? ਜਾਪਦਾ ਤੁਸੀਂ ਧੰਦਿਆਂ ਵਿੱਚ ਹੀ ਵਿਅਸਤ ਹੋ ਗਏ ਹੋ। ਹੁਣ ਉਹ ਆਪਸ ਦੇ ਅੰਦਰ ਮਿੱਤਰ ਨੇ, ਪਰਮਾਰਥ ਦੀਆਂ ਦੋਵੇਂ ਪੌੜੀਆਂ ਰੱਬ ਦੇ ਘਰ ਵਿੱਚ ਪ੍ਰਵਾਨ ਨੇ। ਇੱਕ ਮੀਤ ਨੇ ਦੂਸਰੇ ਮੀਤ ਨੂੰ ਇਸ ਵਿਧ ਬਚਨ ਕੀਤੇ ਤੇ ਅੱਗੋਂ ਬਾਬਾ ਨਾਮਦੇਵ ਸਾਹਿਬ ਭਗਤ ਤ੍ਰਿਲੋਚਨ ਜੀ ਨੂੰ ਇਸ ਗੱਲ ਦਾ ਉੱਤਰ ਜਿਹੜਾ ਹੈ ਉਹ ਵੀ ਅਗਾਂ ਸ਼ਲੋਕ ਦੇ ਅੰਦਰ ਹੈ। ਨਾਮਾ ਕਹੈ ਤ੍ਰਿਲੋਚਨਾ ਮੁਖ ਤੇ ਰਾਮ ਸੁਮਾਲ। ਭਗਤ ਨਾਮਦੇਵ ਜੀ ਕਹਿਣ ਲੱਗੇ, ਮੁਖ ਤੇ ਰਾਮ ਸੰਭਾਲ, ਆਪਣੇ ਮੁਖ ਤੋਂ ਪ੍ਰਭੂ ਨੂੰ ਸੰਭਾਲ, ਭਾਵ ਪ੍ਰਭੂ ਨੂੰ ਯਾਦ ਕਰ, ਪ੍ਰਭੂ ਦਾ ਚਿੰਤਨ ਕਰ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥ ਕਾਰ ਵੱਲ ਹੋਣ ਤੇ ਚਿੱਤ ਕਰਤਾਰ ਹੋਵੇ, ਇਸ ਵਿਦ ਪਰਿਪੂਰਨ ਪ੍ਰਮਾਤਮਾ ਦੀ ਭਗਤੀ ਕਰੋ। ਭਗਤ ਤ੍ਰਿਲੋਚਨ ਜੀ, ਬੰਦਾ ਕਿਤੇ ਆਪਣੇ ਆਫਿਸ ਵਿੱਚ ਬੈਠਾ ਹੈ, 2 ਘੜੀਆਂ ਮਿਲੀਆਂ ਉੱਥੇ ਵੀ ਸਤ ਸੰਗਤ ਹੋ ਗਿਆ। ਕਿਤੇ ਸਫ਼ਰ ਟਰੈਵਲ ਕਰ ਰਿਹਾ ਹੈ, ਗੱਡੀ ਚਲਾ ਰਿਹਾ ਹੈ, ਰਸਤੇ ਵਿੱਚ ਜਾਂਦਿਆਂ ਪ੍ਰਭੂ ਭਗਤੀ ਸਰਵਣ ਕਰਕੇ ਗਾ ਕਰਕੇ ਉੱਥੇ ਸਤ ਸੰਗਤ ਹੋ ਗਿਆ। ਖੇਤੀਬਾੜੀ ਦੇ ਧੰਦਿਆਂ ਦੇ ਅੰਦਰ ਹੈ ਭਾਈ, ਉੱਥੇ ਤੁਰਦਿਆਂ ਤੁਰਦਿਆਂ ਸਾਹਿਬ ਦੇ ਗੁਣਾਂ ਨੂੰ ਉੱਥੇ ਗਾ ਲਿਆ। ਨਾਮਾ ਕਹੈ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇੱਕ ਪਾਵਨ ਪਵਿੱਤਰ ਸ਼ਬਦ ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਅੱਜ ਦਾ ਜਿਹਦੀ ਕਥਾ ਕਰਨੀ ਹੈ ਗੁਰਮੁਖੋ, ਇੱਕ ਸ਼ਬਦ ਹੋਰ ਇਸੇ ਪ੍ਰਕਰਨ ਤੇ ਭਗਤ ਨਾਮਦੇਵ ਜੀ ਦਾ ਉਹਨਾਂ ਨੇ ਦੱਸ ਪਾਈ ਵੀ ਭਗਤੀ ਕਿਵੇਂ ਕਰਨੀ ਹੈ।
ਆਪਾਂ ਕਈ ਵਾਰੀ ਜੀਵਨ ਵਿੱਚ ਭੁਲੇਖਾ ਖਾ ਜਾਂਦੇ ਹਾਂ। ਇਹ ਠੀਕ ਹੈ, ਇਹ ਜਿਹੜੀ ਆਰੰਭਤਾ ਹੈ ਭਗਤੀ ਦੀ ਆਰੰਭਤਾ ਇਕਾਂਤ ਵਿੱਚ ਬੈਠ ਕੇ ਹੀ ਹੈ। ਆਪ ਜੀਆਂ ਨੇ ਵੀ ਵੇਖਿਆ ਹੋਵੇ, ਜੀਵਨ ਵਿੱਚ ਅੰਮ੍ਰਿਤ ਵੇਲੇ ਜੋ ਬੈਠ ਕੇ ਇੱਕ ਥਾਂ ਚੌਂਕੜਾ ਮਾਰ ਕੇ ਨਿਤਨੇਮ ਕਰਨ ਦਾ ਆਨੰਦ ਹੈ, ਉਹ ਤੁਰ ਕੇ ਨਹੀਂ ਹੈ। ਕਈ ਵਾਰ ਐਸਾ, ਚਲੋ ਕੋਈ ਗੱਲ ਨਹੀਂ, ਪਾਰਕ ਵਿੱਚ ਨਾਲ ਸੈਰ ਕਰ ਲਈ, ਕੋਈ ਗੱਲ ਨਹੀਂ, ਆਪਾਂ ਨਾਲ ਭਜਨ ਬੰਦਗੀ ਵੀ ਹੋ ਜਾਏਗੀ। ਗੁਰਮੁਖੋ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉਹ ਵੀ ਸਫਲੀ ਹੈ। ਐਸਾ ਨਹੀਂ ਵੀ ਜੋ ਕਦਮ ਨਾਲ ਦੇ ਚੱਲਦਿਆਂ ਵਾਹਿਗੁਰੂ ਵਾਹਿਗੁਰੂ ਇਸ ਵਿਦ ਕਹਿ ਰਿਹਾ ਹੈ ਵੀ ਉਹ ਸਫਲੀ ਨਹੀਂ, ਉਹ ਵੀ ਸਫਲੀ ਹੈ। ਪਰ ਮਹਾਰਾਜ ਕਹਿੰਦੇ ਭਾਈ ਨਾਲ ਥੋੜੀ ਇਕਾਂਤ ਵਿੱਚ ਵੀ ਬੈਠਣਾ ਕਰ। ਸ਼ਬਦ ਹੈ ਭਗਤ ਨਾਮਦੇਵ ਸਾਹਿਬ ਜੀ ਦਾ ਇਸੇ ਪ੍ਰਕਰਨ ਤੇ। ਭਗਤ ਨਾਮਦੇਵ ਸਾਹਿਬ ਜੀ ਹੁਣ ਮਹਾਂਪੁਰਸ਼ ਰੱਬ ਦੇ ਘਰ ਦੇ ਨਾਲ ਜੁੜੇ ਹੋਏ ਹਨ। ਕਹਿਣ ਲੱਗੇ ਭਗਤ ਨਾਮਦੇਵ ਸਾਹਿਬ ਜੀ, ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ। ਕਹਿੰਦੇ ਜਿਵੇਂ ਇੱਕ ਮਿੱਤਰ ਨੇ ਦੁਕਾਨ ਤੇ ਗਿਆ ਬੱਚਾ, ਦੁਕਾਨ ਤੋਂ ਕਾਗਜ਼ ਲਿਆਂਦਾ, ਆਨੀਲੇ ਕਾਗਜ਼ ਲਿਆਂਦਾ, ਗੁੱਡੀ ਬਣਾਈ, ਪਤੰਗ ਜਿਹਨੂੰ ਕਹਿੰਦੇ ਹਾਂ, ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ। ਬਸ ਥੋੜੇ ਚਿਰ ਨੂੰ ਨੇ ਬੰਨ ਕੇ ਡੋਰੀ ਆਕਾਸ਼ ਹਵਾ ਵਿੱਚ ਚੜਾ ਦਿੱਤੀ, ਮੱਧ ਅਸਮਾਨ ਵਿੱਚ। ਇਹਨੇ ਨੂੰ ਉਹਦੇ ਮਿੱਤਰ ਆਏ, ਉਹਦੇ ਨਾਲ ਗੱਲੀ ਲੱਗ ਗਏ। ਉਹ ਆਪਣੇ ਆਏ ਹੋਏ ਮਿੱਤਰਾਂ ਦੀਆਂ ਗੱਲਾਂ ਦਾ ਉੱਤਰ ਵੀ ਦੇਈ ਜਾਂਦਾ ਹੈ। ਭਗਤ ਜੀ ਕਹਿੰਦੇ ਪਰ ਉਹਦਾ ਧਿਆਨ ਕਿੱਥੇ ਹੈ? ਉਹਦਾ ਧਿਆਨ ਹੈ ਆਪਣੀ ਪਤੰਗ ਵਾਲਾ। ਅਜਿਹਾ ਤਾਂ ਨਹੀਂ ਵੀ ਉਹਨੇ ਕਿਹਾ ਵੀ ਪਹਿਲਾਂ ਮੈਨੂੰ ਪਤੰਗ ਹੇਠਾਂ ਲਾ ਲੈਣ ਦਿਓ ਫਿਰ ਮੈਂ ਤੁਹਾਡੀ ਗੱਲ ਦਾ ਉੱਤਰ ਦਵਾਂ। ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤਊਆ ਚੀਤ ਸਿਓ ਡੋਰੀ, ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ। ਮੇਰੇ ਸਾਹਿਬ ਜਦੋਂ ਉਦਾਹਰਨਾਂ ਦਿੰਦੇ ਨੇ ਕਹਿੰਦੇ ਉਹ ਮਨਾ ਇਸ ਬਿਧ ਰੱਬ ਨਾਲ ਜੁੜ, ਜਿਵੇਂ ਬੱਚਾ ਪਤੰਗ ਨਾਲ ਜੁੜਿਆ ਹੈ। ਗੱਜ ਕੇ ਆਖੋ ਸਤਨਾਮ। ਕਈ ਥਾਵਾਂ ਤੇ ਜਦੋਂ ਉਦਾਹਰਣ ਦਿੱਤੀ ਕਹਿੰਦੇ ਰੱਬ ਜੀ ਤੇਰੇ ਨਾਮ ਤੋਂ ਬਿਨਾ ਤਾਂ ਮੇਰੀ ਹਾਲਤ ਅਜਿਹੀ ਹੈ ਜਿਵੇਂ ਅਮਲੀ ਤੋਂ ਬਿਨਾ, ਅਮਲ ਤੋਂ ਬਿਨਾ ਅਮਲੀ ਮਰਦਾ ਹੈ। ਉਦਾਹਰਣ ਦਾ ਇੱਕ ਪੱਖ ਲੈਣਾ ਹੈ। ਕਹਿੰਦੇ ਜਿਹੜੀ ਹਾਲਤ ਇੱਕ ਅਮਲੀ ਬੰਦੇ ਦੀ ਅਮਲ ਤੋਂ ਬਿਨਾ ਹੈ ਨਾ, ਅਮਲੀ ਅਮਲ ਨਾ ਅੰਬੜਾ, ਮੱਛੀ ਨੀਰ ਨਾ ਹੋਏ। ਮਾਲਕ ਜੀ ਉਹ ਵਾਲੀ ਹਾਲਤ ਸਾਡੀ ਬਣ ਗਈ। ਦੂਸਰੀ ਉਦਾਹਰਣ ਅਗਾ ਉਹਨਾਂ ਨੇ ਦਿੱਤੀ ਭਗਤ ਨਾਮਦੇਵ ਸਾਹਿਬ ਜੀ ਨੇ, ਆਨਿਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਉ ਬਾਤ ਬਤਊਆ ਚੀਤ ਸੁਡੋਰੀ, ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਇਹ ਹੁਣ ਜਿਹੜੀ ਦੂਸਰੀ ਉਦਾਹਰਣ ਦਿੱਤੀ ਇਹ ਹੈ ਸੁਨਿਆਰ ਵੀਰ ਦੀ ਦੁਕਾਨ ਦੀ। ਸਰਾਫ ਦੀ ਦੁਕਾਨ ਤੇ ਉਸ ਥਾਂ ਗਏ, ਕੋਠਾਲੀ ਵਿੱਚ ਪਾ ਕੇ ਸੋਨਾ ਤਾਰਿਆ ਸੀ ਜਾਂ ਗਹਿਣੇ ਬਣਾ ਰਿਹਾ ਸੀ। ਕੋਲ ਜਾ ਕੇ ਬੈਠ ਗਏ, ਉਹਦੇ ਕੋਲੋਂ ਕਿਸੇ ਨੇ ਸੋਨੇ ਦਾ ਭਾਅ ਵੀ ਪੁੱਛਿਆ, ਉੱਤਰ ਵੀ ਦੇਈ ਗਿਆ ਤੇ ਨਾਲ ਨਾਲ ਗੱਲਾਂ ਵੀ ਕਰੀ ਗਿਆ। ਸੋਨਾ ਵੀ ਬਣਾਈ ਗਿਆ, ਆਪਣੇ ਕੰਮ ਵਿੱਚ ਵੀ ਰੁੱਝਿਆ ਰਿਹਾ, ਆਏ ਹੋਏ ਗਾਹਕਾਂ ਦੇ ਨਾਲ ਭਾਅ ਤੋਲ ਵੀ ਕਰਦਾ ਰਿਹਾ। ਭਗਤ ਜੀ ਨੇ ਹੁਣ ਇਹ ਉਦਾਹਰਣ ਦਿੱਤੀ, ਆਨਲੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਜੈਸੇ ਕਨਕ ਕਲਾ ਚਿਤ ਮਾਂਡੀ ਅਲੇ, ਜਿੱਦਾਂ ਉਹਦਾ ਅੰਦਰ ਆਪਣੇ ਕੰਮ ਦੇ ਅੰਦਰ ਰੁੱਝਿਆ ਹੋਇਆ ਹੈ। ਮੰਦਰ ਏਕ ਦੁਆਰ 10 ਜਾ ਕੇ ਗਊ ਚਰਾਵਨ ਛਾੜੀ ਅਲੇ, 5 ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ। ਕਹਿੰਦੇ ਜਿਵੇਂ ਇੱਕ ਗਾਂ ਨੂੰ ਘਰੋਂ ਛੱਡਿਆ ਬਾਹਰ ਚਰਨ ਦੇ ਵਾਸਤੇ, ਵੱਛਾ ਉਹਦਾ ਘਰ ਵਿੱਚ ਸੀ, ਗਾਂ 5 ਕੋਹ ਤੇ ਚਰ ਰਹੀ ਹੈ, ਪਰ ਗਾਂ ਦਾ ਧਿਆਨ ਕਿੱਥੇ ਹੈ? ਆਪਣੇ ਵਛੜੇ ਵੱਲ ਹੈ। ਮੰਦਰ ਏਕ ਦੁਆਰ 10 ਜਾ ਕੇ ਗਊ ਚਰਾਵਨ ਛਾੜੀ ਅਲੇ। ਤੇ ਅੱਗੇ ਭਗਤ ਜੀਆਂ ਨੇ ਸ਼ਬਦ ਦੀਆਂ ਸਮਾਪਤੀਆਂ ਅੰਦਰ ਉਦਾਹਰਨਾਂ ਦਿੱਤੀਆਂ। ਕਹਿੰਦੇ ਅੰਤਰ ਬਾਹਰ ਕਾਜ ਵਿਰੁੱਧੀ ਚੀਤ ਸੋ ਬਾਰਕ ਰਾਖੀ ਅਲੇ। ਮਾਂ ਨੇ ਘਰ ਦੇ ਕੰਮਕਾਰ ਕਰਦਿਆਂ, ਕੰਮਕਾਰ ਵੀ ਕਰ ਰਹੀ ਹੈ
ਛੋਟੇ ਬੱਚੇ ਨੂੰ ਪੰਘੂੜੇ ਵਿੱਚ ਵੀ ਪਾਇਆ ਹੈ, ਪਲਣੇ ਵਿੱਚ ਪਾਇਆ ਹੈ, ਪੰਘੂੜੇ ਵਿੱਚ ਪਾਇਆ ਹੈ। ਅੰਦਰ ਬਾਹਰ ਕੰਮ ਕਰਦੀ ਕਰਦੀ ਧਿਆਨ ਉਹਦਾ ਕਿੱਥੇ ਹੈ? ਧਿਆਨ ਉਹਦਾ ਬੱਚੇ ਵੱਲ ਹੀ ਹੈ। ਉੱਠ ਨਾ ਪਿਆ ਹੋਵੇ, ਕਿਤੇ ਬੱਚੇ ਨੂੰ ਭੁੱਖ ਨਾ ਲੱਗ ਗਈ ਹੋਵੇ, ਕੰਮਕਾਰ ਕਰਦਿਆਂ ਧਿਆਨ ਉਹਦਾ ਇੱਥੇ ਹੈ। ਮਹਾਰਾਜ ਜੀਆਂ ਨੇ ਜਿਹੜੀ ਬਾਤ ਕੀਤੀ ਉਹ ਕੀਤੀ ਹੈ, ਧਿਆਨ ਤੇ ਗੱਜ ਕੇ ਆਖੋ ਸਤਿਨਾਮ ਸ਼੍ਰੀ। ਮਹਾਰਾਜ ਜੀ ਜੇ ਸੰਗਤ ਵਿੱਚ ਬੈਠਿਆ, ਮਹਾਰਾਜ ਕਹਿੰਦੇ ਧਿਆਨ ਵੀ ਉੱਥੇ ਹੀ ਰੱਖਣਾ ਕਰ। ਐਸਾ ਨਹੀਂ ਸਰੀਰ ਕਰਕੇ ਇੱਥੇ ਹੋਵੇ, ਧਿਆਨ ਤੇਰਾ ਹੋਰ ਥਾਂ ਤੇ ਹੋਵੇ, ਭਾਈ ਹਾਜ਼ਰੀ ਤਾਂ ਫਿਰ ਉਸ ਥਾਂ ਤੇ ਹੈ ਨਾ ਉਹਦੀ। ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ, ਕਿਉਂਕਿ ਮਹਾਂਪੁਰਸ਼ ਭਗਤ ਨਾਮਦੇਵ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਅੱਜ ਪਾਵਨ ਪਵਿੱਤਰ ਸਥਾਨਾਂ ਤੇ ਆਇਆ ਹੈ, ਔਰ ਆਰੰਭ ਦੇ ਅੰਦਰ ਭਗਤ ਨਾਮਦੇਵ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਉੱਚ ਆਤਮਿਕ ਅਵਸਥਾ ਬਾਬਤ ਆਪਾਂ ਨੇ ਦਰਸ਼ਨ ਕੀਤੇ ਹਨ। ਭਗਤ ਨਾਮਦੇਵ ਸਾਹਿਬ ਜੀਆਂ ਦੇ ਸਾਹਿਬ ਦੇ ਘਰ ਦੇ ਅੰਦਰ ਉਹਨਾਂ ਨੇ ਬੇਨਤੀਆਂ ਵੀ ਕੀਤੀਆਂ ਹਨ। ਸੋ ਜੋ ਅੱਜ ਦਾ ਪਾਵਨ ਪਵਿੱਤਰ ਮੁਬਾਰਕ ਮੁਖ ਵਾਕ ਸ਼ਬਦ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ, ਭਾਈ ਇਹ ਆਇਆ ਹੈ ਸੰਸਾਰ ਦੀ ਆਰੰਭਤਾ ਦੇ ਬਾਬਤ। ਸੰਸਾਰ ਦੀ ਆਰੰਭਤਾ ਕਿਸ ਵਿਧ ਹੋਈ ਹੈ, ਕਿਸ ਵਿਧ ਇਹ ਖੇਡ ਵਾਪਰੀ ਹੈ, ਭਗਤ ਨਾਮਦੇਵ ਸਾਹਿਬ ਜੀ ਇਸ ਬਾਤ ਦਾ ਜ਼ਿਕਰ ਪਾਵਨ ਪਵਿੱਤਰ ਅੱਜ ਦੇ ਸ਼ਬਦ ਵਿੱਚ ਕਰ ਰਹੇ ਹਨ। ਗੁਰਮੁਖੋ, ਸਨਾਤਨ ਮਤ ਦੇ ਅੰਦਰ, ਇਸਲਾਮ ਮਤ ਦੇ ਅੰਦਰ, ਈਸਾਈ ਮਤ ਦੇ ਅੰਦਰ ਹਰ ਇੱਕ ਦਾ ਥਾਟ ਵੱਖੋ ਵੱਖਰਾ ਹੈ, ਹਰ ਇੱਕ ਦੀ ਵਿਚਾਰ ਵੱਖੋ ਵੱਖਰੀ ਹੈ। ਮੇਰੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਮੱਕੇ ਦੀ ਧਰਤੀ ਤੇ ਲੱਗੇ ਕਹਿਣ, ਬਾਬਾ ਇਹ ਤੂੰ ਕੀ ਕਹਿ ਰਿਹਾ ਹੈ? 14 ਤਬਕ ਇਸਲਾਮ ਮੰਨਦਾ ਹੈ, ਤੁਸੀਂ ਲੱਖਾਂ ਕਿਵੇਂ ਕਹਿ ਦਿੱਤੇ? ਮਹਾਰਾਜ ਕਹਿੰਦੇ, ਭਾਈ ਜਿਨ੍ਹਾਂ ਨੂੰ ਸੱਤਾਂ ਦੀ ਸੋਝੀ ਉਹਨੇ 7 ਕਹਿ ਦਿੱਤੇ, ਜਿਨ੍ਹਾਂ ਨੂੰ ਲੱਖਾਂ ਦੀ ਸੋਝੀ ਉਹਨਾਂ ਨੇ ਲੱਖ ਕਹਿ ਦਿੱਤੇ। ਅਜੇ ਥੋੜੇ ਦਿਨ ਹੀ ਹੋਏ ਹਨ, ਕੋਈ ਇੱਕ ਹੋਰ ਧਰਤੀ ਦੀ ਖੋਜ ਕੀਤੀ 98 ਖਰਬ ਕਿਲੋਮੀਟਰ ਦੂਰ ਇਸ ਧਰਤੀ ਤੋਂ। ਬਈ ਜਾਂਦਿਆਂ ਜਿਸ ਥਾਂ ਤੇ ਲਾਈਟ ਈਅਰ ਕਹਿੰਦੇ ਹਨ, ਜਿਵੇਂ ਚਲੋ ਆਪਾਂ ਇੱਕ ਥਾਂ ਤੋਂ ਦੂਸਰੀ ਥਾਂ ਮਿਲਣੀ ਹੋਵੇ, ਕਿੰਨੀ ਹੈ ਹਿੰਦੁਸਤਾਨ ਵਿੱਚ ਕਿਲੋਮੀਟਰ ਨਾਲ ਮਿਲਣੇ ਆ, ਕਈ ਦੇਸ਼ਾਂ ਵਿੱਚ ਮੀਲਾਂ ਨਾਲ ਮਿਲਦੇ ਨੇ। ਤੇ ਜਦੋਂ ਇੱਕ ਧਰਤੀ ਤੋਂ ਦੂਸਰੀ ਧਰਤੀ ਨੂੰ ਮਿਲਣਾ ਹੋਵੇ ਉਹਨੂੰ ਕਹਿੰਦੇ ਨੇ ਲਾਈਟ ਈਅਰ। ਲਾਈਟ ਈਅਰ ਵੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪ੍ਰਕਾਸ਼ ਜਾਂਦਿਆਂ ਜਿੰਨਾ ਟਾਈਮ ਲੱਗਦਾ ਹੈ, ਸੂਰਜ ਦੀਆਂ ਕਿਰਨਾਂ ਧਰਤੀ ਤੇ ਆਉਣ ਦਾ ਵੀ ਜਿੰਨਾ ਟਾਈਮ ਲੱਗਦਾ, ਇਹਨੂੰ ਵੀ ਮਿਣਿਆ ਜਾਂਦਾ ਹੈ। ਇੱਕ ਧਰਤੀ ਤੋਂ ਦੂਸਰੀ ਧਰਤੀ ਤੱਕ ਪ੍ਰਕਾਸ਼ ਵਰੇ ਨਾਲ ਮਿਣਿਆ ਜਾਂਦਾ ਹੈ। ਤੇ ਗੁਰਮੁਖੋ, ਜਦੋਂ ਪ੍ਰਕਾਸ਼ ਵਰੇ ਦੀ ਗੱਲ ਕਰੀਏ, ਕਹਿੰਦੇ ਉਹ ਧਰਤੀ ਇੰਨੀ ਕੁ ਦੂਰ ਹੈ ਵੀ ਜਿੱਥੇ ਲਾਈਟ ਟਾਰਚ ਜਗਾਈ, ਜਿੰਨੀ ਛੇਤੀ ਲਾਈਟ ਨੇ ਟਰੈਵਲ ਕੀਤਾ, ਜਿੰਨੀ ਛੇਤੀ ਲਾਈਟ ਗਈ, ਕਹਿੰਦੇ ਇੰਨੀ ਕੁ ਦੂਰ ਹੈ ਬਈ ਪ੍ਰਕਾਸ਼ ਉਸ ਥਾਂ ਤੇ ਜਾਂਦਿਆਂ 100 ਸਾਲ ਜਿਹਨੂੰ ਪ੍ਰਕਾਸ਼ ਜਾਂਦਿਆਂ ਨੂੰ ਲੱਗਣ, ਇੰਨੀ ਦੂਰ ਹੈ ਵੀ ਜਿਸ ਥਾਂ ਤੇ ਮਨੁੱਖ ਉਹਦੀ ਹੋਂਦ ਮੌਜੂਦ ਹੋ ਸਕਦੀ ਹੈ। ਇਹ ਵੱਖਰੀਆਂ ਵੱਖਰੀਆਂ ਅੱਜ ਵੀ ਵਿਚਾਰਾਂ ਸਨ। ਮਹਾਰਾਜ ਕਹਿੰਦੇ ਉਦੋਂ ਵੀ ਸਨ, ਅੱਜ ਵੀ ਨੇ, ਤੇ ਭਵਿੱਖਤ ਸਮੇਂ ਵਿੱਚ ਵੀ ਹੁੰਦੀਆਂ ਰਹਿਣਗੀਆਂ ਇਸ ਸੰਬੰਧ ਵਿੱਚ। ਖੈਰ, ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਅੱਜ ਦੇ ਸ਼ਬਦਾਂ ਵਿੱਚ ਜੋ ਬਖਸ਼ਿਸ਼ ਕੀਤਾ ਹੈ, ਮਨ ਬਿਰਤੀਆਂ ਇਕਾਗਰ ਕਰੀਏ। ਭਗਤ ਨਾਮਦੇਵ ਸਾਹਿਬ ਜੀ ਪਾਵਨ ਪਵਿੱਤਰ ਮੁਬਾਰਕ ਬਚਨਾਂ ਵਿੱਚ ਬਖਸ਼ਿਸ਼ ਕਰ ਰਹੇ ਹਨ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਹਿਲ ਪੁਰੀ ਪੁੰਡਰਕ ਵਨਾ, ਸਭ ਤੋਂ ਪਹਿਲਾਂ ਪਹਿਲ ਪੁਰੀਏ, ਸਭ ਤੋਂ ਪਹਿਲਾਂ ਪਹਿਲ। ਪੁੰਡਰਕ, ਪੁੰਡਰਕ ਇੱਕ ਚਿੱਟੇ ਸਫੇਦ ਰੰਗ ਦਾ ਫੁੱਲ ਹੈ। ਪਰਿਪੂਰਨ ਪਰਮਾਤਮਾ ਸਭ ਤੋਂ ਪਹਿਲਾਂ ਪਹਿਲ ਸਾਰੇ ਪਾਸੇ। ਜਿਵੇਂ ਇਉਂ ਕਹਿ ਲਈਏ, ਕਵਲ ਸਫੇਦ ਫੁੱਲਾਂ ਦਾ ਜੋ ਸਾਰਾ ਬਾਗ ਬਗੀਚਾ, ਪਹਿਲ ਪੁਰੀਏ ਪੁੰਡਰਕ ਵਣਾ। ਵਣ ਕਹਿੰਦੇ ਨੇ ਜੰਗਲ ਨੂੰ, ਬਣ ਸਾਰੇ ਪਾਸੇ ਸਫੇਦ ਕਮਲ ਫੁੱਲ।
ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਮਾਰੂ ਰਾਗ ਦੇ ਅੰਦਰ ਇਸ ਸੰਬੰਧ ਦੇ ਅੰਦਰ ਇੱਕ ਸ਼ਬਦ ਉਚਾਰਨ ਕੀਤਾ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ, ਖਾਣੀ ਨਾ ਬਾਣੀ ਪੌਣ ਨਾ ਪਾਣੀ, ਉਪਤ ਖਪਤ ਨਾ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏਂਦਾ। ਸਤਿਗੁਰੂ ਮਹਾਰਾਜ ਜੀ ਨੇ ਸਾਰਾ ਉਸ ਪਾਵਨ ਪਵਿੱਤਰ ਮੁਬਾਰਕ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਵੀ ਇੱਥੇ ਹੈ ਕਿਸ ਬਿਦ ਸੀ, ਸਾਰੇ ਪਾਸੇ ਕਿਸ ਬਿਦ ਧੁੰਦੂ ਕਾਰਾ ਸੀ, ਜਿਹਨੂੰ ਅੱਜ ਵੀ ਇੱਕ ਸਿਧਾਂਤ ਮੰਨ ਕੇ ਬਲੈਕ ਹੋਲ ਦਾ ਸਿਧਾਂਤ ਮੰਨ ਕਰਕੇ ਜਿਹਦੇ ਉੱਪਰ ਅਨੇਕਾਂ ਸਮੇਂ ਤੋਂ ਖੋਜ ਕੀਤੀ ਗਈ। ਖੈਰ, ਜੋ ਅੱਜ ਪਾਵਨ ਪਵਿੱਤਰ ਮਹਾਰਾਜ ਜੀਆਂ ਦੇ ਮੁਬਾਰਕ ਸ਼ਬਦ ਅੰਦਰ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤਾ ਹੈ, ਸਭ ਤੋਂ ਪਹਿਲਾਂ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਵੈਸੇ ਜੋ ਸਮੇਂ ਦੀਆਂ ਕਿੰਨੀਆਂ ਇਕਾਈਆਂ, ਸਮੇਂ ਦੀਆਂ ਤਾਂ 3 ਇਕਾਈਆਂ ਹੁੰਦੀਆਂ ਹਨ, ਜੋ ਇੱਕ ਲੰਘ ਚੁੱਕਾ ਹੈ, ਜੋ ਵਰਤਮਾਨ ਹੈ ਤੇ ਜੋ ਭਵਿੱਖਤ ਹੈ, ਪਾਸਟ, ਜੋ ਪ੍ਰੈਜ਼ੈਂਟ ਹੈ ਤਥਾ ਜੋ ਫਿਊਚਰ ਹੈ। ਇਸ ਤੋਂ ਵੱਧ ਇਕਾਈ ਤਾਂ ਕੁਛ ਨਹੀਂ। ਪਰ ਮੇਰੇ ਸਾਹਿਬ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਤਾਂ 4 ਇਕਾਈਆਂ ਹੋ ਗਈਆਂ, ਇਹ ਤਾਂ 4 ਇਕਾਈਆਂ ਹੋ ਗਈਆਂ। ਮਹਾਰਾਜ ਜੀ ਨੇ 4 ਗਿਣਤੀਆਂ, ਪਾਸਟ ਪ੍ਰੈਜ਼ੈਂਟ ਫਿਊਚਰ, ਜੋ ਲੰਘ ਗਿਆ ਹੈ, ਜੋ ਹੈ ਤੇ ਜੋ ਆਏਗਾ। ਮਹਾਰਾਜ ਕਹਿੰਦੇ ਜਦੋਂ ਕੁਛ ਵੀ ਨਾ ਹੋਵੇਗਾ ਉਸ ਵਕਤ ਵੀ ਉਹ ਵੀ ਹੋਵੇਗਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ। ਸਮੇਂ ਦੀ ਇਕਾਈ ਕਿਵੇਂ ਬਣੀ? ਸਮੇਂ ਦੀ ਇਕਾਈ ਤਾਂ ਬਣੀ ਸੂਰਜ ਚੜਿਆ ਹੈ। ਸੂਰਜ ਨਾ ਚੜੇ, ਨਾ ਰਾਤ ਪਵੇ ਨਾ ਦਿਨ ਪਵੇ, ਸੂਰਜ ਦੀ ਇਕਾਈ ਆਪਾਂ ਕਿਵੇਂ ਕਵਾਂਗੇ ਵੀ ਕੱਲ? ਜੋ ਕੱਲ ਆਉਣੀ ਹੈ ਤੇ ਜੋ ਕੱਲ ਹੈ ਇਹ ਤਾਂ ਹੀ ਹੈ ਜੇ ਸੂਰਜ ਹੈ। ਸੂਰਜ ਚੜਿਆ ਤਾਂ ਹੀ ਇਹ ਪੜਾਅ ਬਣਿਆ ਜੋ ਆਉਣ ਵਾਲਾ ਹੈ, ਜੋ ਲੰਘ ਗਿਆ ਹੈ ਸੂਰਜ। ਮਹਾਰਾਜ ਕਹਿੰਦੇ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ। ਜੇ ਇਹ ਹੈ ਸੂਰਜ ਦੇ ਹੋਂਦ ਦੇ ਨਾਲ ਹੀ ਇਹ ਸਾਰਾ ਕੁਝ ਹੈ। ਸੂਰਜ ਦੀ ਜੇ ਹੋਂਦ ਨਹੀਂ ਪਾਈ ਫਿਰ ਨਾ ਇਹ ਆਉਣ ਵਾਲਾ। ਮਹਾਰਾਜ ਕਹਿੰਦੇ ਜਦੋਂ ਕੁਝ ਵੀ ਨਾ ਹੋਵੇਗਾ, ਜਦੋਂ ਸਭ ਕੁਝ ਇਹ ਇਸ ਵਿਦ ਅਰਬਦ ਨਰਬਦ ਧੁੰਦੂਕਾਰਾ ਸਰੂਪ ਹੋਵੇਗਾ, ਇਹ ਧਰਤੀ ਅੱਜ ਦੀ ਨਹੀਂ, ਅਨੇਕਾਂ ਵਾਰ ਬਣੀ, ਅਨੇਕਾਂ ਵਾਰ ਡਿਸਟਰੋਏ ਹੋਈ। ਮਹਾਰਾਜ ਇਹਦੇ ਸੰਬੰਧ ਦੇ ਅੰਦਰ ਪਾਵਨ ਪਵਿੱਤਰ ਬਚਨਾਂ ਅੰਦਰ ਗੁਰਦੇਵ ਜੀਆਂ ਨੇ ਇਸ ਵਿਦ ਵੀ ਬਖਸ਼ਿਸ਼ ਕੀਤਾ ਹੈ। ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਆਪਾਂ ਬਚਨ ਪੜ੍ਹਨੇ ਆ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇ ਧਰ ਸਭੂ। ਜਦੋਂ ਤੁਸੀਂ ਉਦਕਰਖ ਕੀਤਾ, ਪਸਾਰਾ ਹੋ ਗਿਆ, ਤੇ ਜਿਵੇਂ ਬੈਲੂਨ ਦੇ ਵਿੱਚੋਂ ਗੁਬਾਰੇ ਵਿੱਚੋਂ ਕਿਸੇ ਨੇ ਹਵਾ ਕੱਢ ਲਈ ਮਗਰ ਫਿਰ ਉੱਥੇ ਹੋ ਗਿਆ। ਮਹਾਰਾਜ ਕਹਿੰਦੇ ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭੂ, ਮਾਲਕਾ ਸਭ ਮਲੀਆਂ ਮੇਟ ਹੋ ਜਾਏਗਾ। ਜੁਗਾਦ ਸੱਚ ਮਾਲਕ ਜੀ, ਜਦੋਂ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਕੁਛ ਵੀ ਨਾ ਹੋਵੇਗਾ ਉਸ ਵਕਤ ਵੀ ਉਹ ਸਾਹਿਬ ਹੋਵੇਗਾ, ਉਹਦਾ ਫਿਰ ਵੀ ਪਸਾਰਾ ਇਸ ਥਾਂ ਤੇ ਉਹ ਹੋਵੇਗਾ। ਪਹਿਲ ਪੁਰੀਏ ਪੁੰਡਰਕ ਵਣਾ, ਪਹਿਲਾ ਪਹਿਲ ਪਰਿਪੂਰਨ ਪਰਮਾਤਮਾ ਜੀ ਨੇ। ਭਾਵ ਉਹ ਕਵਲ ਫੁੱਲਾਂ ਦਾ ਖੇਤ ਉਹ ਵਣ, ਤਾਂਚੇ ਹੰਸਾ ਸਗਲੇ ਜਨਾ। ਸਭ ਤੋਂ ਪਹਿਲਾਂ ਉਹ ਪਰਿਪੂਰਨ ਪਰਮਾਤਮਾ, ਫਿਰ ਭਾਈ ਹੰਸ ਪੈਦਾ ਹੋਏ। ਹੰਸ ਕੀ ਪੈਦਾ ਹੋਏ? ਜੀਵ ਪੈਦਾ ਹੋਏ। ਆਪੀ ਨੇ ਆਪ ਸਾਜਿਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਸਾ ਦੀ ਵਾਰ ਦੇ ਅੰਦਰ ਪੌੜੀ ਪਾਵਨ ਪਵਿੱਤਰ ਬਖਸ਼ਿਸ਼ ਕੀਤੀ। ਆਪੀ ਨੇ ਰਚਿਓ ਨਾਉ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜੀਐ ਕਰ ਆਸਨ, ਡਿਠੋ ਚਾਓ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ। ਤੂੰ ਜਾਨੋਈ ਸਭ ਸੈ ਦੇ ਲੈਸੈ ਜਿੰਦ ਕਵਾਓ। ਦੇ ਵੀ ਦੇਣਾ ਖੋ ਵੀ ਲੈਣਾ ਹੈ, ਦੇ ਲੈਸੈ ਜਿੰਦ ਕਵਾਓ। ਕਰ ਆਸਨ ਡਿਠੋ ਚਾਓ। ਆਪ ਹੀ ਸਾਜਣ ਵਾਲਾ ਹੈ, ਆਪ ਹੀ ਸਾਜ ਕੇ ਵੇਖਣ ਵਾਲਾ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਏ। ਉਹਨੇ ਸਾਜਿਆ ਹੈ।
ਸਾਜਿਆ ਉਸ ਸਾਹਿਬ ਨੇ। ਸਾਜ ਕਰਕੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਵੇਖ ਕਰਕੇ ਸਾਜੀ ਹੋਈ ਸ੍ਰਿਸ਼ਟੀ ਵੱਲ ਫਿਰ ਆਪ ਹੀ ਕਹਿੰਦੇ ਹਨ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਾਜੇ ਹੰਸਾ, ਫਿਰ ਸਾਰੇ ਜੀਵ ਪੈਦਾ ਹੋਏ। ਸਗਲੇ ਜਨਾ, ਸਾਰੇ ਜਿਤਨੇ ਇਹ ਜੀਵ ਉਸ ਮਾਲਕ ਨੇ ਸਾਜੇ ਹਨ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਹੁਣ ਭਾਈ ਇਹਨਾਂ ਜੀਆਂ ਦੇ ਵਿੱਚ, ਇਹਨਾਂ ਹੰਸਾਂ ਵਿੱਚ ਕਿਹਦੀ ਸ਼ਕਤੀ ਹੈ? ਪ੍ਰੇਰਣਾ ਕਿਸ ਦੀ ਹੈ? ਕ੍ਰਿਸ਼ਨਾ ਤੇ ਜਾਨੋ, ਹਰੀ ਦੀ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਹੁਣ ਇਹ ਜੀਵ ਨੱਚ ਰਹੇ ਹਨ। ਇਹਨੂੰ ਮਹਾਰਾਜ ਕਹਿੰਦੇ ਜੀਵ ਨੱਚ ਰਹੇ ਹਨ। ਹਰ ਹਰ ਨਾਚੰਤੀ, ਨਾਚਨਾ ਦੇ ਅਰਥ ਹਨ ਇਹ ਜਿੰਨੇ ਜੀਵ ਨੇ ਸਵੇਰੇ ਉੱਠਦਿਆਂ ਸਾਰ ਭੱਜਣੇ ਸ਼ੁਰੂ ਹੋ ਗਏ, ਸ਼ਾਮ ਤੱਕ ਭੱਜਦੇ ਗਏ। ਇੱਕ ਪਾਸੇ ਬੈਠੇ ਸਾਹਿਬ ਕਹਿ ਰਹੇ ਨੱਚ ਹੀ ਰਹੇ ਨੇ, ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਨੱਚ ਹੀ ਰਹੇ ਨੇ, ਸਵੇਰੇ ਉੱਠਦਿਆਂ ਸਾਰ 900 ਚੱਲ ਹੋ ਰਹੀ ਹੈ। ਮਹਾਰਾਜ ਕਹਿੰਦੇ ਮਾਇਆ ਨਚਾ ਰਹੀ ਹੈ ਇਹਨਾਂ ਨੂੰ, ਇਹਨਾਂ ਜੀਆਂ ਨੂੰ ਮਾਇਆ ਨਚਾ ਰਹੀ ਹੈ। ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ। ਦੁਨੀ ਉਸੇ ਤਰ੍ਹਾਂ ਨੱਚ ਰਹੀ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਇਹਨੂੰ ਮਹਾਰਾਜ ਏਦਾਂ ਕਹਿੰਦੇ ਹਨ ਬਾਣੀ ਅੰਦਰ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ। जब कछ पावै तब गर्भ करत है, माया गई तब रोवन लगत है। इस विध ये जीव नच रहे हैं। कृष्णा ते जानो हर हर नाचंती नाचना। हे भाई ये सारी जिहड़ी प्रेरणा है, ये प्रेरणा हरि दी प्रेरणा समझो। ये जितनी प्रेरणा है, ये प्रेरणा उसे साहिब दी मालक जी दी है। ਪਹਿਲ ਪਰਸਾਵਿਰਾ, ਸਭ ਤੋਂ ਪਹਿਲਾਂ ਪਹਿਲ ਪੁਰਸਾਵਰਾ ਉਹ ਅਕਾਲ ਪੁਰਖ, ਉਹ ਆਪ ਪਰਿਪੂਰਨ ਪਰਮਾਤਮਾ ਜੋ ਪੈਦਾ ਸੰਸਾਰ ਦੇ ਅੰਦਰ ਹੈ, ਉਹ ਪਰਿਪੂਰਨ ਪਰਮਾਤਮਾ ਆਪ ਹੈ। ਪੁਰਸਾਵਿਰਾ ਕਹੀਏ ਉਹ ਪਰਿਪੂਰਨ ਪਰਮਾਤਮਾ ਪਹਿਲਾਂ ਉਹ ਪਰਿਪੂਰਨ ਪਰਮਾਤਮਾ। ਅਥੋਨ ਪੁਰਸਾ ਦਮਰਾ, ਔਰ ਅਥੋਨ ਕਹੀਏ ਫਿਰ ਦੂਸਰੇ ਤੇ। ਅਥੋਨ ਪੁਰਸਾ ਦਮਰਾ, ਫਿਰ ਉਹਦੇ ਤੋਂ ਮਾਇਆ ਸਾਜੀ, ਉਹਨੇ ਮਾਇਆ ਸਾਜੀ। ਉਸ ਪਰਿਪੂਰਨ ਪਰਮਾਤਮਾ ਨੇ ਪਹਿਲਾਂ ਆਪ, ਫਿਰ ਉਸ ਸਾਹਿਬ ਨੇ ਮਾਇਆ ਸਾਜੀ ਹੈ। ਅਸਗਾ ਅਸ ਉਸਗਾ, ਅਸਗਾ ਕਹਿੰਦੇ ਇਸ ਦਾ, ਉਸਗਾ ਕਹੀਏ ਉਸ ਦਾ। ਕਿਉਂਕਿ ਜਿਸ ਭਗਤ ਸਾਹਿਬ ਜੀਆਂ ਦੇ ਇਹ ਸ਼ਬਦ ਹਨ, ਉਹਨਾਂ ਦੀ ਬੋਲੀ ਮਰਾਠੀ ਬੋਲੀ ਹੈ। ਮਰਾਠੀ ਬੋਲੀ ਅੰਦਰ ਭਗਤ ਜੀ ਪਾਵਨ ਪਵਿੱਤਰ ਮੁਬਾਰਕ ਬਚਨ ਉਚਾਰ ਰਹੇ ਹਨ। ਅਸਗਾ ਇਸ ਦਾ, ਤਥਾ ਉਸ ਦਾ। ਇਸ ਦਾ ਕਹੀਏ ਪਰਿਪੂਰਨ ਪਰਮਾਤਮਾ ਦਾ, ਉਸ ਦਾ ਕਹੀਏ ਮਾਇਆ ਦਾ। ਸਾਹਿਬ ਨੇ ਇਸ ਦਾ, ਮਾਇਆ ਦਾ ਤਥਾ ਅਕਾਲ ਪੁਰਖ ਦਾ ਫਿਰ ਮੇਲ ਹੋਇਆ। ਹਰ ਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ। ਹੁਣ ਭਾਈ ਕੀ ਹੈ? ਹਰ ਕਾ ਬਾਗਰਾ, ਹਰੀ ਦੇ ਇਸ ਬਾਗ ਦੇ ਅੰਦਰ। ਨਾਚੈ ਪਿੰਦੀ ਮੈਂ ਸਾਗਰਾ, ਪਿੰਦੀ ਖੂਹ ਦੀਆਂ ਟਿੰਡਾਂ ਦੀ ਉਦਾਹਰਣ ਭਗਤ ਨਾਮਦੇਵ ਸਾਹਿਬ ਜੀ ਨੇ ਦੇ ਦਿੱਤੀ। ਜਿਵੇਂ ਪਾਣੀ ਨੱਚਦਾ ਹੈ ਨਾ, ਕਹਿੰਦੇ ਇਸ ਵੇਲੇ ਦੇ ਜੀਵ ਨੱਚ ਰਹੇ ਹਨ। ਟਿੰਡਾਂ ਜਿਵੇਂ ਇਸ ਪ੍ਰਕਾਰ ਖੂਹ ਵਿੱਚ ਜਾਂਦੀਆਂ ਹਨ, ਜਿਵੇਂ ਪਾਣੀ ਉਹ ਨੱਚਿਆ। ਬਾਬਾ ਜੀ ਕਹਿੰਦੇ ਭਾਈ ਇਹ ਜੀਵ ਵੀ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜੀਵ ਇਸੇ ਤਰ੍ਹਾਂ ਵਿਚਰ ਰਹੇ ਹਨ। ਇਸ ਮਾਤ ਲੋਕ ਦੇ ਅੰਦਰ ਜੀਵ ਇਸ ਵਿਧ ਹਨ। ਭਾਵੇਂ ਕੋਈ ਵੀ ਉਹਦੇ ਅੰਦਰ ਆਇਆ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੇ ਪਾਵਨ ਪਵਿੱਤਰ ਚਾਨਣਾ ਕੀਤਾ ਕਿ ਜੀਵ ਇਸ ਵਿਧ ਹੀ ਸੰਸਾਰ ਦੇ ਅੰਦਰ ਮਾਇਆ ਉਹਨਾਂ ਦੀ ਪ੍ਰੇਰਣਾ ਸਮਝੋ, ਉਹਨਾਂ ਮਗਰੇ ਲੱਗ ਕੇ ਇਸ ਵਿਧ ਤੁਰੇ ਹੋਏ ਹਨ। ਇਸ ਵਿਧ ਜੀਵ ਨੱਚ ਰਹੇ ਹਨ। ਹਰ ਕਾ ਬਾਗਰਾ ਨਾਚੈ ਪਿੰਧੀ ਮੈਂ ਸਾਗਰਾ। ਹਰੀ ਦੇ ਇਸ ਬਾਗ ਦੇ ਅੰਦਰ, ਹਰੀ ਦੇ ਇਸ ਸਾਜੀ ਹੋਈ ਸ੍ਰਿਸ਼ਟੀ ਦੇ ਅੰਦਰ ਨਾਚੈ ਪਿੰਧੀ ਮੈਂ ਸਾਗਰਾ। ਇਸ ਵਿਧ ਇਹ ਜੀਵ ਜਿਤਨੇ ਹਨ, ਭਾਵ ਉਹ ਨੱਚ ਰਹੇ ਹਨ, ਭਾਵ ਉਸੇ ਅੰਦਰ ਚੱਲ ਰਹੇ ਹਨ।
ਰਹਾਉ ਦੇ ਕਰਕੇ ਇੱਥੇ ਵਿਸ਼ਰਾਮ ਦੇ ਕਰਕੇ ਸਾਹਿਬ ਬਚਨ ਕਰਦੇ ਹਨ। ਨਾ ਚੰਤੀ ਗੋਪੀ ਜਨਾ। ਹੁਣ ਪਿੱਛੇ ਕ੍ਰਿਸ਼ਨਾ ਆਇਆ, ਹੁਣ ਇੱਥੇ ਨਾਲ ਭਗਤ ਜੀਆਂ ਨੇ ਨਾਮ ਬਚਨ ਲਿਖ ਦਿੱਤਾ ਗੋਪੀ। ਗੋਪੀਆਂ ਨੱਚਦੀਆਂ ਹਨ। ਗੋਪੀਆਂ ਕਿਹੜੀਆਂ ਹਨ? ਸਾਹਿਬ ਜੀਆਂ ਨੇ ਬਚਨ ਕੀਤਾ ਜੀਵ ਰੂਪੀ ਗੋਪੀਆਂ ਉਸ ਮਾਲਕ ਦੀਆਂ ਗੋਪੀਆਂ ਹਨ। ਜਨਾ ਇਹ ਜਿਤਨੇ ਜੀਵ ਹਨ, ਨਾਚੰਤੀ ਨੱਚ ਰਹੇ ਹਨ, ਗੋਪੀ ਜਨਾ। ਔਰ ਉਹ ਸਾਹਿਬ ਦੀਆਂ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਜਿਵੇਂ ਪਾਵਨ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਥੇ ਬਚਨ ਉਚਾਰਨ ਕੀਤੇ ਉਦਾਹਰਣ ਦੇ ਤੌਰ ਤੇ। ਨਾਚੰਤੀ ਗੋਪੀ ਜਨ ਜੀਵ ਨੱਚ ਰਹੇ ਹਨ। ਨਈਆ ਤੇ ਬੈਰੇ ਕੰਨਾ। ਨਈਆ ਕਹੀਏ ਵੀ ਉਸ ਸਾਹਿਬ ਤੋਂ ਬਿਨਾ ਬਹਿਰੇ ਕਰਨਾ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ। ਨਾਚੰਤੀ ਗੋਪੀ ਜਨਾ ਜੀਵ ਨੱਚ ਰਹੇ ਹਨ। ਨਈਆ ਤੇ ਬਹਿਰੇ ਕੰਨਾ ਭਾਵ ਨਈਆ ਕਹੀਏ ਉਸ ਸਾਹਿਬ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ, ਜਿਸ ਦੀ ਅੰਦਰ ਰੌਂ ਚੱਲਦੀ ਹੋਵੇ। ਗੱਜ ਕੇ ਆਖੋ ਸਤਿਨਾਮ ਸ਼੍ਰੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਦਾਹਰਣ ਦਿੱਤੀ, ਕੋਈ ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਅੱਗੇ ਤੁਧ ਆਖਾਂ। हे ਮੇਰੇ ਸਾਹਿਬ, हे ਪਰਿਪੂਰਨ ਪਰਮਾਤਮਾ, ਕੋਈ ਦੂਸਰਾ ਤੇਰੇ ਜਿਹਾ ਹੋਵੇ ਤੇ ਮੈਂ ਤਸ਼ਬੀਹ ਦੇ ਸਕਾਂ ਵੀ ਸਾਹਿਬ ਉਸ ਵਰਗਾ ਹੈ। ਕੋਈ ਉਹਦੇ ਵਰਗਾ ਹੋਵੇ ਤੇ ਫਿਰ ਹੀ ਕੋਈ ਕਹਿ ਸਕਦਾ ਵੀ ਪਰਮਾਤਮਾ ਉਸ ਵਰਗਾ ਹੈ। ਮਹਾਰਾਜ ਕਹਿੰਦੇ ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਅੱਗਾ ਤੁਧ ਆਖਾਂ। ਮਾਲਕ ਜੀ ਆਪ ਜੀ ਅੰਦਰ ਤਾਂ ਕੋਈ ਇਸ ਬਰਾਬਰ ਕੋਈ ਹੈ ਹੀ ਨਹੀਂ। ਸ਼ਰੀਕ ਕਹੀਏ ਵੀ ਜਿਵੇਂ ਦੋ ਭਰਾ ਹੋਣ ਪਿਤਾ ਦੀ ਔਲਾਦ, ਤੇ ਜਦੋਂ ਕਿਸੇ ਉਦਾਹਰਣ ਦਿੱਤੀ ਗਈ ਇੱਕ ਭਰਾ ਦੀ ਦੂਸਰੇ ਨਾਲ ਦਿੱਤੀ ਗਈ ਵੀ ਵੇਖ ਬਈ ਉਹਦਾ ਕੰਮ ਵੇਖ, ਆਪਸ ਵਿੱਚ ਕੀਤੀ ਗਈ, ਤਸ਼ਬੀਹ ਕੀਤੀ ਗਈ। ਭਗਤ ਜੀ ਕਹਿੰਦੇ ਮਹਾਰਾਜ ਆਪ ਜੈਸਾ ਕੋਈ ਹੋਰ ਦੂਸਰਾ ਹੈ ਹੀ ਨਹੀਂ। ਨਈਆ ਤੇ ਬਹਿਰੇ ਕਰਨਾ ਕਹੀਏ ਉਸ ਪਰਿਪੂਰਨ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ। ਸਾਰਿਆਂ ਅੰਦਰ ਉਸੇ ਦੀ ਰੌਂ ਚੱਲ ਰਹੀ ਹੈ। ਤਰਕ ਨਾ ਚਾ। ਹੁਣ ਮਹਾਰਾਜ ਇੱਥੇ ਕਹਿੰਦੇ ਉਹ ਭਲਿਆ ਤਰਕ ਨਾ ਕਰੀ ਇਸ ਗੱਲ ਤੇ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਤਰਕ ਨਾ ਚਾ, ਤਰਕ ਨਾ ਕਰੀ ਇਸ ਗੱਲ ਦੇ ਉੱਪਰ। ਇਸ ਗੱਲ ਨੂੰ ਲੈ ਕੇ ਤੂੰ ਹਿਰਦੇ ਦੇ ਅੰਦਰ ਸੰਦੇਹ ਨਾ ਕਰੀ। ਉਹ ਸਾਹਿਬ ਪਰਿਪੂਰਨ ਪਰਮਾਤਮਾ ਹੀ ਹੈ ਜੋ ਸਾਰਿਆਂ ਦੇ ਅੰਦਰ ਜਿਸ ਦੀ ਰੌਂ ਚੱਲ ਰਹੀ ਹੈ। ਰਮਿਆ ਚਾ। ਜਿਹੜਾ ਤੇਰਾ ਭਰਮ ਹੈ ਇਸ ਭਰਮ ਨੂੰ ਦੂਰ ਕਰ। ਅਨੇਕਾਂ ਵਾਰੀ ਮਹਾਰਾਜ ਕਹਿੰਦੇ ਭਰਮ ਜੀਵ ਪਾਲ ਕੇ ਬੈਠ ਗਿਆ ਵੀ ਮੈਂ ਵੱਖਰਾ ਹਾਂ, ਵੱਖਰਾ ਹੈ। ਕਾਹਦਾ ਭਰਮ? ਜੀਵ ਨੇ ਭਰਮ ਪਾਲ ਲਿਆ, ਆਪਣੀ ਹੋਂਦ ਵੱਖਰੀ ਮੰਨ ਲਈ। ਬ੍ਰਹਮਾ ਜੀ ਦੀ ਉਦਾਹਰਣ ਦਿੱਤੀ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗਾ ਅੰਤ ਨਾ ਪਾਇਓ ਤਾਂ ਕਾ। ਬ੍ਰਹਮਾ ਜੀ ਉਸ ਸਾਹਿਬ ਦਾ ਅੰਤ ਪਾਉਣ ਵਾਸਤੇ ਗਏ, ਭਰਮ ਗਏ। ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਕਹਿੰਦੇ ਭਾਈ ਜਿਸ ਬ੍ਰਹਮੇ ਦੀ ਕਹਿੰਦੇ ਤੁਸੀਂ ਉਦਾਹਰਣ ਦੇ ਕੇ ਵੀ ਉਹਨੇ ਸ੍ਰਿਸ਼ਟੀ ਸਾਜੀ ਹੈ, ਮਹਾਰਾਜ ਕਹਿੰਦੇ ਕਈ ਕੋਟ ਜਗ ਸਾਜਨ ਲਾਏ ਐਸੋ ਧਨੀ ਗੋਬਿੰਦ ਹਮਾਰਾ। ਕਈ ਕਰੋੜ ਬ੍ਰਹਮਾ ਤੇ ਜਿਹੀਆਂ ਧਰਤੀਆਂ ਸਾਜਣ ਵਾਸਤੇ ਲਾਏ ਹਨ ਉਸ ਸਾਹਿਬ ਨੇ। ਐਸੋ ਧਨੀ ਗੋਬਿੰਦ ਹਮਾਰਾ ਵਰਨ ਨਾ ਸਾਕੋ ਗੁਣ ਵਿਸਤਾਰਾ। ਭਰਮੀਆਂ ਚਾਹ ਹਿਰਦੇ ਦੇ ਅੰਦਰ ਜੇ ਇਹ ਭਰਮ ਜੀਵ ਤੂੰ ਪਾਲਿਆ ਹੋਇਆ ਹੈ ਬਈ ਉਹ ਵੱਖਰਾ ਹੈ ਮੈਂ ਵੱਖਰਾ ਹਾਂ, ਸਾਹਿਬ ਕਹਿੰਦੇ ਉਸ ਭਰਮ ਨੂੰ ਦੂਰ ਕਰ। ਆਪਣੇ ਹਿਰਦੇ ਤੋਂ ਜਿਹੜਾ ਭਰਮ ਹੈ ਭਾਈ ਉਸ ਭਰਮ ਨੂੰ ਦੂਰ ਕਰ। ਭਰਮ ਕੀ ਹੈ? ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜੀਵ ਨੂੰ ਭੁਲੇਖਾ ਜਿਹਾ ਲੱਗ ਗਿਆ ਮੈਂ ਵੱਖਰਾ ਹਾਂ, ਸਾਹਿਬ ਵੱਖਰਾ, ਪਰ ਨਹੀਂ। ਕਹਿੰਦੇ ਭਾਈ ਉਸੇ ਦੀ ਬਣਾਈ ਹੋਈ ਹੈ। ਮਾਟੀ ਏਕ ਉਸ ਸਾਹਿਬ ਜੀਆਂ ਨੇ ਬਾਬਾ ਕਬੀਰ ਸਾਹਿਬ ਜੀ ਜਿਵੇਂ ਬਚਨ ਕਹਿੰਦੇ ਹਨ, ਘੁਮਾਰਾ ਏਕ ਜੋ ਮਾਟੀ ਗੂੰਦੀ ਬਹੁ ਵਿਦਵਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਮਿੱਟੀ ਉਹਨੇ ਇੱਕ ਗੁੰਨੀ ਹੈ, ਇੱਕੋ ਚੱਕ ਤੇ ਘੁਮਾ ਕੇ ਉਹਨੇ ਬਰਤਨ ਸਾਜੇ ਹਨ। ਬਣਾਉਣ ਵਾਲਾ ਉਹ ਸਾਹਿਬ ਪਰਿਪੂਰਨ ਪਰਮਾਤਮਾ ਆਪ ਉਹ ਇੱਕ ਹੈ। ਭਰਮੀਆਂ ਤਰਕ ਨਾ ਚਾ, ਤਰਕ ਨਾ ਇਹਦੇ ਉੱਪਰ ਸੰਦੇਹ ਨਾ ਕਰੀ।
ਭਰਮੀਆਂ ਚਾਹ ਦੇ ਅਰਥ ਨੇ ਭਾਈ ਇਸ ਹਿਰਦੇ ਦੇ ਅੰਦਰੋਂ ਇਸ ਸੰਦੇਹ ਨੂੰ, ਇਸ ਭਰਮ ਨੂੰ ਦੂਰ ਕਰ। ਕੇਸਵਾ ਬਚਾਉਨੀ ਆਈਏ ਮਈਏ ਏਕ ਆਨ ਜਿਉ। ਕੇਸਵਾ ਬਚਾਉਨੀ ਦੇ ਅਰਥ ਉਸ ਕੇਸਵ, ਕੇਸਾਂ ਵਾਲਾ ਕੇਸਵ, ਉਹ ਪਰਿਪੂਰਨ ਪਰਮਾਤਮਾ, ਉਹ ਸਾਹਿਬ ਸਾਰਿਆਂ ਦੇ ਅੰਦਰ। ਕੇਸਵਾ ਬਚਾਉਨੀ, ਬਚਾਉਨੀ ਦੇ ਅਰਥ ਨੇ ਉਹਦਾ ਹੁਕਮ। ਆਈਏ ਮਈਏ ਦੇ ਅਰਥ ਨੇ ਮਰਦ ਤੇ ਇਸਤਰੀ। ਏਕ ਆਣ ਜੀਓ, ਇੱਕ ਬਰਾਬਰ ਹਨ। ਸਾਜੀ ਹੋਈ ਇਸ ਕਾਇਨਾਤ ਦੇ ਅੰਦਰ ਕੇਸਵਾ ਬਚਾਉਨੀ, ਕੇਸਵ ਦੇ ਬਚਨ ਆਈਏ ਮਈਏ ਏਕ ਆਣ ਜੀਓ, ਸਾਰਿਆਂ ਵਾਸਤੇ ਇਸਤਰੀ ਤਥਾ ਮਰਦ ਵਾਸਤੇ ਇੱਕ ਬਰਾਬਰ ਉਸੇ ਤਰ੍ਹਾਂ ਹਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਵੀਰ ਸਿੰਘ ਲਿਖਦੇ ਹਨ, ਕੋਈ ਸੱਜਣ ਘੜਾ ਵੇਖਣ ਵਾਸਤੇ ਗਿਆ, ਕਹਿੰਦੇ ਮੈਂ ਘੜਾ ਖਰੀਦਣਾ ਹੈ। ਕੁਮਾਰ ਵੀਰ ਦੀ ਦੁਕਾਨ ਤੇ ਉਸ ਥਾਂ ਗਿਆ, ਵੇਖ ਕੇ ਕਹਿੰਦਾ ਵੀ ਮੈਂ ਘੜਾ ਵੇਖਣਾ ਹੈ। ਅੱਛਾ, ਸੋਹਣਾ ਘੜਾ ਲੈ ਕੇ ਜਾਣਾ। ਉਹਨੇ ਆਖਿਆ ਵੀ ਆਪ ਹੀ ਅੰਦਰ ਕੋਠੀ ਵਿੱਚ ਪਿੱਛੇ ਲੰਘ ਜਾ ਕੇ ਵੇਖ ਲੈ। ਕੋਠੀ ਦਾ ਮਤਲਬ ਪੁਰਾਣੇ ਸਮੇਂ ਛੋਟੇ ਜਿਹੇ ਕਮਰੇ ਨੂੰ ਕੋਠੀ ਕਿਹਾ ਜਾਂਦਾ ਸੀ ਘਰਾਂ ਦੇ ਵਿੱਚ। ਕਹਿੰਦੇ ਜਾ ਕੇ ਵੇਖ ਲੈ। ਘੜੇ ਦੇ ਉੱਪਰ ਘੜੇ ਧਰੇ ਹਨ, ਇੱਕ ਪਾਸੇ ਉੱਪਰ ਛੱਤ ਤੱਕ ਲਾਏ ਹੋਏ ਹਨ। ਇੱਕ ਨੂੰ ਵੇਖਿਆ, ਭਾਈ ਵੀਰ ਸਿੰਘ ਲਿਖਦੇ, ਟਣਕਾ ਕੇ ਵੇਖਿਆ, ਕੱਚਾ ਜਿਹਾ ਜਾਪਿਆ, ਸਹੀ ਪੱਕਿਆ ਨਹੀਂ। ਦੂਸਰਾ ਵੇਖਿਆ, ਜ਼ਿਆਦਾ ਪੱਕ ਗਿਆ ਹੈ। ਇੱਕ ਵੇਖਿਆ, ਮਨ ਨੂੰ ਪਸੰਦ ਆਇਆ। ਵੇਖ ਕੇ ਜਦੋਂ ਚੁੱਕਿਆ, ਲੈ ਕੇ ਜਾਣ ਲੱਗਾ, ਚੱਪਣੀਆਂ ਧਰੀਆਂ, ਚੱਪਣੀਆਂ ਨਾ ਪੂਰੀਆਂ ਆਉਣ। ਉਹਦਾ ਜਿਹੜਾ ਮੂੰਹ ਸੀ, ਮੁੱਖ ਉਹ ਸਹੀ ਨਾ ਬਣਿਆ, ਉਹਦੀ ਘਾੜਤ ਸਹੀ ਨਾ ਬਣੀ। ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੇ ਰੱਖ ਕੇ ਜਾਣ ਲੱਗਾ, ਸਾਰਿਆਂ ਵਿੱਚ ਨੁਕਸ ਕੱਢ ਦਿੱਤਾ। ਇਹਦੇ ਵਿੱਚ ਆਹ ਨੁਕਸ ਹੈ, ਇਹਦੇ ਵਿੱਚ ਆਹ ਨੁਕਸ, ਸਾਰਿਆਂ ਵਿੱਚ ਨੁਕਸ ਕੱਢ ਕੇ ਜਦੋਂ ਜਾਣ ਲੱਗਾ, ਪਿੱਛੋਂ ਘੜਿਆਂ ਨੇ ਆਵਾਜ਼ ਮਾਰੀ। ਭਾਈ ਵੀਰ ਸਿੰਘ ਲਿਖਦੇ, ਪਿੱਛੋਂ ਘੜਿਆਂ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗੇ ਉਸ ਨੂੰ, ਕਹਿੰਦੇ ਸਾਡੇ ਵਿੱਚ ਨੁਕਸ ਕੱਢਣ ਵਾਲਿਆ, ਸਾਨੂੰ ਇਹ ਤਾਂ ਦੱਸਦਾ ਜਾ ਵੀ ਅਸੀਂ ਆਪਣੇ ਆਪ ਬਣ ਗਏ ਆ, ਅਸੀਂ ਆਪਣੇ ਆਪ ਬਣੇ ਆ। ਸਾਡੇ ਨੈਣ ਨਕ, ਸਾਡਾ ਰੰਗ ਰੂਪ, ਸਾਡਾ ਕੱਚਾਪਨ ਪੱਕਾਪਨ ਕੀ ਅਸੀਂ ਆਪ ਬਣੇ ਆ? ਉਹ ਬਣਾਉਣ ਵਾਲਾ ਤਾਂ ਇੱਕ ਪਰਿਪੂਰਨ ਪਰਮਾਤਮਾ, ਬਣਾਉਣ ਵਾਲਾ ਤਾਂ ਸਾਰਿਆਂ ਨੂੰ ਇੱਕ ਹੀ ਹੈ। ਗੱਜ ਕੇ ਆਖੋ ਸਤਿਨਾਮ। ਤਾਂ ਹੀ ਮੇਰੇ ਸਾਹਿਬ ਕਹਿੰਦੇ, ਉਸ ਸਾਜੇ ਹੋਏ ਦੇ ਅੰਦਰ ਨੁਕਸ ਨਾ ਕੱਢੀ ਵੀ ਫਲਾਣੇ ਦਾ ਮੂੰਹ ਮੱਥਾ ਵੇਖੋ, ਫਲਾਣੇ ਦਾ ਨੱਕ ਵੇਖੋ, ਫਲਾਣੇ ਦਾ ਰੰਗ ਵੇਖੋ। ਮਹਾਰਾਜ ਕਹਿੰਦੇ ਨਹੀਂ, ਪਾਪਾਂ ਦਾ ਭਾਗੀ ਹੈ। ਕਿਉਂ? ਬਣਾਉਣ ਵਾਲਾ ਉਹ ਇੱਕ ਹੈ। ਜਿਹਨੇ ਤੈਨੂੰ ਬਣਾਇਆ ਹੈ, ਉਸੇ ਨੇ ਉਸ ਨੂੰ ਸਾਜਿਆ ਹੈ। ਜਿਸ ਨੇ ਦੂਸਰੇ ਨੂੰ, ਉਹਨੇ ਸਾਰਿਆਂ ਨੂੰ ਸਾਜਣ ਵਾਲਾ ਉਹ ਪਰਿਪੂਰਨ ਪਰਮਾਤਮਾ ਇੱਕ ਹੈ। ਆਈਏ ਮਈਏ ਏਕ ਆਣ ਜਿਉ ਕਹੀਏ, ਜਿਤਨੇ ਵੀ ਹਨ ਆਪਣਾ ਕੇਸਵਾ ਬਚਾਉਨੀ, ਆਈਏ ਮਈਏ ਏਕ ਆਣ ਜਿਉ, ਸਾਰਿਆਂ ਦੇ ਅੰਦਰ ਇੱਕ ਪਰਿਪੂਰਨ ਪਰਮਾਤਮਾ ਦੀ ਹੀ ਰੌਂ ਚੱਲਦੀ ਹੈ। ਪਿੰਦੀ ਊਬ ਕਲੇ ਸੰਸਾਰਾ। ਹੁਣ ਫਿਰ ਪਹਿਲਾਂ ਵੀ ਪਿੱਛੇ ਨਾਚੰਤੀ, ਪਿੱਛੇ ਵੀ ਬਾਬਾ ਜੀ ਨੇ ਇਹ ਉਦਾਹਰਨ ਲਈ, ਪਿੰਦੀ ਮੈਂ ਸਾਗਰ। ਹੁਣ ਕਹਿਣ ਲੱਗੇ ਪਿੰਦੀ ਉਬ ਕਲੇ ਸੰਸਾਰਾ। ਕਹਿੰਦੇ ਜਿਸ ਪ੍ਰਕਾਰ ਪਾਣੀ ਉੱਪਰ ਆਉਂਦਾ ਹੈ, ਟਿੰਡਾ ਫਿਰ ਹੇਠਾਂ ਗਈਆਂ, ਪਾਣੀ ਚੁੱਕਿਆ ਪਾੜਛੇ ਚ ਰੋੜਿਆ, ਫਿਰ ਹੇਠਾਂ ਗਈਆਂ। ਪਿੰਦੀ ਉਬ ਕਲੇ ਸੰਸਾਰਾ। ਪਾਣੀ ਚੁੱਕਿਆ ਪਾੜਛੇ ਚ ਰੋੜਿਆ, ਫਿਰ ਹੇਠਾਂ ਗਈਆਂ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ, ਪ੍ਰਮਾਤਮਾ ਇਹ ਹਾਲਤ ਤਾਂ ਸਾਡੀ ਬਣੀ ਹੈ। ਤੇਰੇ ਘਰ ਤੋਂ ਸਾਹ ਲਏ, ਸੰਸਾਰ ਰੂਪੀ ਪਾੜਛੇ ਚ ਰੋੜੇ, ਫਿਰ ਤੇਰੇ ਘਰੋਂ ਸਾਹ ਲਏ, ਫਿਰ ਰੋੜੇ। ਕਹਿੰਦੇ ਇਸੇ ਚੱਕਰਵਿਊਹ ਵਿੱਚ ਅਸੀਂ ਵੱਜੇ ਹੋਏ ਹਾਂ, ਇਸੇ ਚੱਕਰਵਿਊਹ ਚ ਅਸੀਂ ਚੱਲ ਰਹੇ ਹਾਂ। ਪਿੰਦੀ ਉਬ ਕਲੇ ਸੰਸਾਰਾ। ਅਸੀਂ ਇਸੇ ਹੀ ਚੱਕਰ ਦੇ ਅੰਦਰ, ਭਰਮ ਦੇ ਅੰਦਰ ਅਸੀਂ ਫਸੇ ਹੋਏ ਹਾਂ। ਭ੍ਰਮ ਆਏ ਤੁਮ ਚੇ ਦੁਆਰਾ। ਭ੍ਰਮ ਆਏ, ਭਟਕ ਕੇ ਆਏ ਹਾਂ। ਤੁਮ ਚੇ ਦੁਆਰਾ ਕਹੀਏ, ਤੇਰੇ ਦੁਆਰੇ ਤੇ ਭਟਕ ਕੇ ਆਏ ਹਾਂ, ਵਾਰ-ਵਾਰ ਆਏ ਹਾਂ।
ਮਾਲਕ ਜੀ ਚਾਹੀਦਾ ਤੇ ਸੀ ਵੀ ਸदैव ਕਾਲੀ ਤੇਰੇ ਅੰਦਰ ਅਸੀਂ ਵੀ ਆਪ ਜੀਆਂ ਦੇ ਵਿੱਚ ਸਮਾ ਜਾਂਦੇ, ਪਰ ਨਹੀਂ ਮਾਲਕ ਜੀ, ਅਸੀਂ ਭਟਕ ਰਹੇ ਹਾਂ, ਅਜੀ ਵੀ ਭਟਕ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ जैसे एक आग ते कनूका कोट आग उठा, न्यारे न्यारे होएगा फिर आग में मिलाहगे, वखरे वखरे होके फिर जिदा एक धूर तो अनेक धूर पूरत है, जिस प्रकार जैसे एक नद ते तरंग कोट उपजत है, पान के तरंग सब पान ही कहागे। महाराज जी ने उदाहरणा दित्तियां, कहंदे जिवें ਉਹ ਸਮਾ गईयां, हे भाई जीव ने भी उत्थे समाउणा है उस साहब दे अंदर, उस मालक दे चरण कमला अंदर। पिंडी उपकले संसारा, भ्रम भ्रम आए तुम चे द्वारा, भटक भटक के असीं तेरे द्वारे ते आए हां। कोई एक बार आए हां मालक जी, अनेकां वारी असीं भटक के तेरे द्वारे ते आए हां। हुण वेखो भगत नामदेव जी साध संगत जी ਉਹ ਬੇਨਤੀ ਕਰ ਰਹੇ ਹਨ। जो बेनतियां भगत नामदेव साहिब जी ने कीतियां, कितनी शिद्दत दे नाल किस प्रकार कीतियां। लोभ लहर अत नीजर बाजै, काया डूबै केसवा, संसार समुंदे तार गोबिंदे तार लै, बाप बीठला अनल बेड़ा हों खेव ना साकों, तेरा पार न पाया बीठला, हो दयाल सतगुर मेल तू, मोको पार उतारे केसवा, नामा कहै हों तर भी ना जानो। भगत नामदेव साहब कहन लगे, मालक जी मैं तो तरना भी नहीं जानदा, नामा कह हो तर भी ना जानो, मोको बाहां देह बाहां देह बाहां दे बीठला। हे मालक जी तुसी आसरा दियो, आसरा दियो, किरपा करके हाथ पकड़ के मैनू तुसी बाहर कढ लो। ये भगत नामदेव साहिब जी का बेनती करन दा ढंग तरीका है। असल विच वो महापुरुष दा रब दे घर विच प्रवान ने, जिन्हां दे घरी गुरु नानक देव महाराज गए। वो तां साहिब दे घर दे अंदर प्रवान हन, जिन्हां दे पावन पवित्र कीमती अनमोल मोती पावन पवित्र बाणी, उन्हां दी रचना मेरे साहिब जी ने पावन पवित्र बाणी अंदर अंकित कर दी। तो प्रवान ने वो तो सानू दस रहे हैं कि किस प्रकार साहिब दे घर दे अंदर बेनती करनी है। राख पिता प्रभ मेरे, 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 राख पिता प्रभ मेरे। मोह निर्गुण सब गुण तेरे, मोह निर्गुण सब गुण तेरे, मोह निर्गुण सब गुण तेरे, मोह निर्गुण सब गुण तेरे। राख पिता प्रभ मेरे, राख पिता प्रभ मेरे, राख पिता प्रभ मेरे, राख पिता प्रभ मेरे। साहिब जियां ने बेनती करन दा तरीका बाणी विच दस्या है। भाई गुरमुखा बेनती कर, बेनती उस साहिब दे घर प्रवान हो जाती है। दावा नहीं प्रवान हुंदा भी मैं इन्नी सेवा कर लई, बेनती प्रवान हुंदी है। साहिब दे घर बेनती कर, जिस प्रकार भगत नामदेव साहिब जी कर रहे हैं। भ्रम भ्रम आए तुमचे द्वारा, मेरे मालक जी भटक भटक के असीं तेरे द्वारे ते आए हां। तू कौन रे। हुण जिवें साहिब दे घर विच जाके दरवाजा खड़काया, हुण जिहड़े ये बचन हन गुरमुख प्यारे विद्वान जदों अर्थ करदे हन, तू कौन रे, ये परमात्मा मुखातब होके कह रहा है। ये परमात्मा बाणी भगत नामदेव साहिब उच्चारण कर रहे हैं, पर मुखातब उच्चारण करता परिपूर्ण परमात्मा है। तू कुन रे, कौन हो तुसी। मैं जी नामा। हे साहिब मैं जी, मैं हाँ नामा, मैं आप जी दा नामा हाँ। जे कोई फोन मिला के कहे
ਕੌਣ? ਅਗਲਾ ਪੁੱਛਦਾ ਭਾਈ ਕੌਣ ਹੋ? ਫਿਰ ਬੰਦਾ ਆਪਣੀ ਪਛਾਣ ਦੱਸਦਾ, ਮੈਂ ਫਲਾਣਾ ਬੋਲਦਾ ਹਾਂ। ਫਿਰ ਜਿਹਨੇ ਫੋਨ ਸੁਣਿਆ ਕਹਿੰਦੇ ਦੱਸੋ ਭਾਈ ਯਾਦ ਕਿਵੇਂ ਕੀਤਾ? ਭਗਤ ਨਾਮਦੇਵ ਜੀ ਨੂੰ ਪੁੱਛਿਆ, ਹਾਂਜੀ। ਅਗਲੀਆਂ ਪੰਕਤੀਆਂ ਅੰਦਰ, ਤੂੰ ਕੌਣ ਰੇ? ਮੈਂ ਜੀ ਨਾਮਾ, ਮੈਂ ਨਾਮਾ ਹਾਂ ਆਪ ਜੀ ਦਾ ਨਾਮਦੇਵ। ਹੋ ਜੀ। ਕਹਿੰਦੇ ਦੱਸੋ ਬਈ ਹੋ ਜੀ ਦੇ ਅਰਥ? ਹਾਂ ਜੀ ਦੱਸੋ। ਕਿਵੇਂ ਯਾਦ ਕੀਤਾ? ਭਗਤ ਨਾਮਦੇਵ ਸਾਹਿਬ ਜੀ ਦੀਆਂ ਤਾਰਾਂ ਜੁੜ ਗਈਆਂ। ਹੋ ਜੀ, ਹਾਂ ਜੀ ਦੱਸਣਾ ਕਰੋ ਕਿਸ ਬਿਦ? ਆਲਾ ਤੇ ਨਿਵਾਰਣਾ ਜਮ ਕਾਰਣਾ। ਆਲਾ ਕਹੀਏ ਇਹ ਸੰਸਾਰ, ਜੋ ਆਲਿਆ ਦਾ ਅਰਥ ਨੇ ਜਿਵੇਂ ਪੁਸਤਕ ਆਲਿਆ, ਆਲਿਆ ਲਾਇਬ੍ਰੇਰੀ, ਆਲਿਆ ਦਾ ਅਰਥ ਘਰ ਹੁੰਦਾ ਹੈ। ਮਹਾਰਾਜ ਜੋ ਆ ਸੰਸਾਰ ਹੈ ਨਾ, ਹੈ ਦੁਖਾਂ ਦਾ ਘਰ ਹੀ। ਆਲਾ ਤੇ ਨਿਵਾਰਨਾ, ਇਸ ਸੰਸਾਰ ਤੋਂ ਬਚਾਉਣਾ ਕਰੋ, ਜਮ ਕਾਰਨਾ, ਨਾ ਜਮਾਂ ਦੀ ਮਾਰ ਤੋਂ। ਅਖੀਰ ਦੇ ਅੰਦਰ ਭਗਤ ਨਾਮਦੇਵ ਸਾਹਿਬ ਜੀ ਨੇ ਸਾਧ ਸੰਗਤ ਜੀ ਬੇਨਤੀ ਕੀਤੀ ਸਾਹਿਬ ਦੇ ਚਰਨ ਕਮਲਾਂ ਪਾਸ, ਹੇ ਮੇਰੇ ਮਾਲਕ ਜੀ, ਆਲਾ ਤੇ ਨਿਵਾਰਨਾ ਜਮ ਕਾਰਨਾ, ਸਾਨੂੰ ਇਸ ਸੰਸਾਰ ਦੇ ਦੁੱਖਾਂ ਦੇ ਭਾਵ, ਇਸ ਸੰਸਾਰ ਸਮੁੰਦਰ ਤੋਂ ਆਪ ਸਾਨੂੰ ਬਚਾਉਣਾ ਕਰੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਭਗਤਾਂ ਦੇ ਘਰੀ ਗਏ। ਭਾਵੇਂ ਕਿ ਭਗਤ ਨਾਮਦੇਵ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਆਰਬਲਾ ਦੇ ਅੰਦਰ ਲਗਭਗ ਕੋਈ 200 ਸਾਲ ਵੱਡੇ ਹਨ। ਮਹਾਰਾਜ ਜੀਆਂ ਤੋਂ ਪਹਿਲਾਂ ਉਹ ਪ੍ਰਭੁਰ ਜੋਤੀ ਜੋਤ ਸਮਾ ਗਏ ਸਨ। ਅਗਾ ਉਹਨਾਂ ਦੀ ਥਾਵੋਂ ਸਤਿਗੁਰੂ ਮਹਾਰਾਜ ਉਹ ਪਾਵਨ ਪਵਿੱਤਰ ਬਾਣੀ ਲੈ ਕਰਕੇ ਆਏ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਤੇ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਉਹ ਬਾਣੀ ਪੋਥੀ ਰੂਪ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ, ਤੀਸਰੇ ਪਾਤਸ਼ਾਹ ਜੀਆਂ ਦੇ ਕੋਲ, ਤੇ ਇਸ ਵਿਦ ਪੰਜਵੇਂ ਪਾਤਸ਼ਾਹ ਜੀਆਂ ਨੇ ਰਾਗਾਂ ਅਨੁਸਾਰ ਫਿਰ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਵਿੱਚ ਅੰਕਿਤ ਕਰ ਦਿੱਤੀ। 61 ਪਾਵਨ ਪਵਿੱਤਰ ਸ਼ਬਦ, ਤੇ ਜ਼ਰੂਰ ਆਪ ਜੀਆਂ ਨੇ ਦਰਸ਼ਨ ਕਰਨੇ। ਕਿਸ ਵਿਦ ਭਗਤ ਨਾਮਦੇਵ ਸਾਹਿਬ ਜੀਆਂ ਦੀ ਸਾਹਿਬ ਦੇ ਘਰ ਦੇ ਨਾਲ ਪ੍ਰੀਤ ਹੈ, ਉਹ ਪ੍ਰੀਤ ਬਣ ਆਵੇ। ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ। ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ ਕਥਾ ਵਿਚਾਰਾਂ ਕਰਦਿਆਂ। ਸਤਿਗੁਰੂ ਜੀ ਤਥਾ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠਾਕੁਰ ਤੁਮ ਪਹਿ ਅਰਦਾਸ ਜੀਓ, ਤੇਰੀ ਰਾਸ ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮਹਿ ਕੋਈ ਨਾ ਜਾਣੈ, ਊਚੇ ਤੇਊ ਸਗਲ ਸਮਗਰੀ ਤੁਮਰਾ, ਤੁਮ ਤੇ ਹੋਏ, ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ।
वार श्री भगवती जी की पातशाही दसवीं प्रथम भगवती सिमर का गुरु नानक लई ते आए मेरे अंगद गुर ते अमरदास रामदास हुई सहाय अर्जन हर गोविंद नाम सिमरो श्री हर राय श्री हर कृष्ण ध्याईए जिस डिठे सब दुख जाए तेग बहादुर सिमरिया कार नौ निद आवताय सब ताई हुए साय दसवें पातशाह श्री गुरु गोविंद सिंह साहिब जी सब ताई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो रे पंजा प्यारियां चौहा साहिबजादियां 40 मुक्तियां हठियां जपियां तपियां बिना नाम जपिया वंड के छकिया तेग चलाई तेग वाई देखिया डिट कीता तिना प्यारियां सचियारियां दी कमाई दा ध्यान करके खालसा जी बोलो रे जिना ਸਿੰਘਾਂ ਸਿੰਘਣੀਆਂ ने धर्म हेत शीस दिते बंद बंद कटाए खोपरियां लोहाइयां चरखरियां ते चढ़े आरियां नाल चराए गए गुरद्वारियां दी सेवा लई कुर्बानियां कीतियां धर्म नहीं हारिया सिक्खी केसां स्वासां संग निभाई तिना दी कमाई दा ध्यान करके खालसा जी बोलो रे पंजा तख्ता सरबत गुरुद्वारे जी का ध्यान करके बोलो रे प्रथम सरबत खालसा जी की अरदास है सरबत खालसा जी को वाहेगुरु 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 चित्त आवे चित आवन का सदका सर्व सुख होए जहां जहां खालसा जी साहिब तहां तहां रचियारे आयत देग तेग फतेह बिरद की प्राज पंथ की जीत श्री साहिब जी सहाय खालसा जी के बोल वाले बोलो रे सिक्खां नूं सिक्खी दान के सदान रहत दान बाबेक दान विसा दान भरोसा दान दाना सिरदान नाम दान श्री अमृतसर साहिब जी दे दर्शन इशनान चौंकियां झंडे बुंगे जुग जुग अटल धर्म का जयकार बोलो रे सिखां दा बण नीवा मत उची मत पत दा राखा आप वाहिगुरु हे अकाल पुरख अपने पंथ दे सदा सहाई दातार जीओ श्री ननकाना साहिब अते होर गुरद्वारियां गुरधम्मां दे दिनां तो पंथ नूं विछोड़िया गया खुले दर्शन दीदार अते सेवा संभाल दा दान प्यारे खालसा जी नो बख्शो हे निमाणिया दे मान निताणिया दे ताण निउटिया दी ओट धन धन सतगुरु श्री गुरु तेग बहादुर साहिब जीओ महाराज आप जी दे पावन पवित्र अस्थान गुरुद्वारा श्री दुख निवारण साहिब जी विखे धन धन सतगुरु श्री गुरु ग्रंथ साहिब जीओ महाराज आप जी दे हाजूर अमृत वेले तो सचखंड दीवान सजाए गए सजे दीवाना अंदर आसा दीवार दे कीर्तन आनंद साहिब जी की 6 पौड़ियां जी के गायन
ਗੁਰ ਸ਼ਬਦ ਦੀ ਵਿਚਾਰਾਂ ਹੋਈਆਂ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅਗਾਹਾਂ ਤੋਂ ਸਮਤ ਬਖਸ਼ਿਸ਼ ਕਰਨੀ। ਗੁਰਬਾਣੀ ਦਾ ਭਾਵ ਦਰਿਆਈ ਸਾਧ ਸੰਗਤ ਦੇ ਹਿਰਦੇ ਵਿੱਚ ਵਸਾਉਣਾ। ਦਰਿਆਈ ਸਾਧ ਸੰਗਤ ਦੀ ਹਾਜ਼ਰੀ, ਦਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਆਪਣੇ ਦਰੋ ਘਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ। ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀ ਦਾਤ। ਸ਼ੁਭ ਮਨੋਰਥ ਪੂਰੇ ਕਰਨੇ, ਯਾਤਰਾ ਸਫਲੀ ਕਰਨੀ। ਸਤਿਗੁਰੂ ਜੀ ਆਪ ਜੀਆਂ ਦੇ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰਾ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ। ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰੋ। ਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸੁਖ ਹੋਏ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਕਮਹਿ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੂਝੈ। ਰਾਜ ਕਰੇਗਾ ਖਾਲਸਾ, ਕੁਆਰੇ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨਾ ਜਾਣੋ, ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰਾਇਰ ਬਹੁਤ ਸੰਤਾਵ ਹੈ, ਆਇਓ ਸ਼ਰਨ ਤੁਹਾਰੇ। ਕਰ ਕਰ ਹਾਰਿਓ ਅਨਕ ਬਹੁ ਪਾਤੀ, ਛੋਡਾ ਕਤਹੁ ਨਾਹੀ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਜੀਤ ਲਿਓ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ। ਕਉ ਨਾਨਕ ਮਨ ਭਇਆ ਪਰਗਾਸਾ, ਪਾਇਆ ਪਦ ਨਿਰਬਾਣੀ। ਸਕੋ ਟਲ ਗੁਰਸ ਅਹਨਿਸ ਸਹਜ ਸੁ,
ਦਰਸ਼ਨ ਪਰਸੈ ਜਨਮ ਮਰਨ ਹੋਵੈ ਸਿਫਤ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਸੱਜਣ ਸੱਚਾ ਜਿਸ ਪਾਸ ਬੈਠਿਆ ਸੋਹੀਆ ਸਭਨਾਂ ਦਾ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਪਹਿਲੇ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲਾ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲਾ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚਾ ਪਿੰਧੀ ਮਹਿ ਸਾਗਰਾ ਰਹਾਉ ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭ੍ਰਮੀਆਂ ਚਾ ਕੇਸਵਾ ਬਚੌਨੀ ਅਈਏ ਮਈਏ ਏਕ ਆਣ ਜੀਓ ਪਿੰਧੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਾਮ ਕਾਰਨਾ ਪਿੰਧੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਾਮ ਕਾਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤ ਸਤਿਨਾਮ ਜੀ